नन्ना निस दिन निरखत जाई, निरखत नैन रहे रतवाई। निरखत निरखत जब जाए पावा, तब ले निरखै निरख मिलावा। पप्पा अपर पार नहीं पावा, परम जोत स्यों परचौ लावा। पांचों इंद्री निग्रह करई, पाप पुण्य दो निर्वरई। फफा बिन फूलै फल होई, तां फल फंक लखै जो कोई। दून न परई फंक विचारै, तां फल फंक सबै तन फारै। वाहिगुरु जी का खालसा, वाहिगुरु जी की फतेह। भगत कबीर जी 52 ਅੱਖਰੀ ਦੇ 26, 27, 28 ਪਦ ਦੇ ਅੰਦਰ ਬਹੁਤ ਹੀ ਗੂੜ ਸਿੱਖਿਆ ਦਿੰਦੇ ਹਨ। ਨੰਨੇ ਅੱਖਰ ਦੁਆਰਾ ਫਰਮਾਉਂਦੇ ਹਨ, ਨੰਨਾ ਨਿਸ ਦਿਨ ਨਿਰਖਤ ਜਾਈ। ਨਿਸ ਕਹੀਏ ਰਾਤ, ਦਿਨ ਕਹੀਏ ਦਿਨ। ਜਿਸ ਪ੍ਰੇਮੀ ਦਾ ਦਿਨ ਅਤੇ ਰਾਤ ਉਸ ਪਰਮਾਤਮਾ ਦੀ ਭਾਲ ਵਿੱਚ ਲੰਘਦਾ, ਉਸ ਨੂੰ ਭਾਲਦਿਆਂ, ਤੱਕਦਿਆਂ, ਉਡੀਕਦਿਆਂ ਦਿਨ ਰਾਤ ਇਸ ਪਾਸੇ ਲੱਗਾ ਹੋਇਆ। ਕਿਉਂਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨੇ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਬਹਿੰਦੇ। ਜਿਨ੍ਹਾਂ ਦੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਖਿੱਚ ਹੈ, ਨੰਨਾ ਨਿਸ ਦਿਨ ਨਿਰਖਤ ਜਾਈ। ਨਿਰਖਤ ਨੈਣ ਰਹੇ ਰਤਵਾਈ। ਤੇ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਘ ਵਿੱਚ ਉਹਨਾਂ ਦੇ ਨੈਣ ਜੋ ਹਨ ਰਤਵਾਈ, ਰੱਤੇ ਜਾਂਦੇ ਹਨ, ਮਤਵਾਲੇ ਹੋ ਜਾਂਦੇ ਨੇ, ਪ੍ਰੇਮੀ ਹੋ ਜਾਂਦੇ ਨੇ। ਭਾਵ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਲਗਨ ਲੱਗ ਜਾਂਦੀ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ। ਨਿਰਖਤ ਨਿਰਖਤ ਜਬ ਜਾਏ ਪਾਵਾ, ਆਖਰ ਲੱਭਦਿਆਂ ਲੱਭਦਿਆਂ ਲੱਭਦਿਆਂ, ਉਡੀਕਦਿਆਂ ਉਡੀਕਦਿਆਂ ਉਡੀਕਦਿਆਂ, ਜਦੋਂ ਉਹ ਦਿਨ ਆਉਂਦਾ ਹੈ, ਜਬ ਜਾਏ ਪਾਵਾ, ਜਦੋਂ ਉਹਦੇ ਨਾਲ ਮੇਲ ਹੁੰਦਾ। ਗੱਲ ਕੀ, ਜਿਸ ਦੇ ਅੰਦਰ ਸੱਚੀ ਲਗਨ ਹੈ, ਇਹ ਲਗਨ ਹੀ ਉਸ ਨੂੰ ਪਾਰ ਲਾਉਂਦੀ ਹੈ। ਲਗਨ ਹੀ ਉਸ ਨੂੰ ਆਪਣੀ ਮੰਜ਼ਿਲ ਤੇ ਪਹੁੰਚਾਉਂਦੀ ਹੈ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ, ਸੇ ਕਾਂਡੇ ਕੱਚਿਆ। ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਨੰਨਾ ਨਿਸ ਦਿਨ ਨਿਰਖਤ ਜਾਈ। ਕਿਉਂਕਿ ਜਦੋਂ ਤੀਕਰ ਇਹਨਾਂ ਅੱਖਰਾਂ ਦੇ ਅੱਖਰੀ ਅਰਥ ਤੇ ਅੱਖਰੀ ਅਰਥਾਂ ਤੋਂ ਬਾਅਦ ਜਿਹੜੇ ਭਾਵ ਅਰਥ ਨੇ, ਉਹਨਾਂ ਤੱਕ ਅਸੀਂ ਨਹੀਂ ਪਹੁੰਚਦੇ, ਤਾਂ ਇਹ ਗੱਲ ਸਮਝ ਵਿੱਚ ਨਹੀਂ ਆਉਂਦੀ। ਭਗਤ ਜੀ ਕਹਿੰਦੇ ਨੇ, ਨੰਨੇ ਅੱਖਰ ਦੁਆਰਾ ਸਿੱਖਿਆ ਦਿੰਦੇ ਨੇ। ਜਿਨ੍ਹਾਂ ਭਾਗਸ਼ਾਲੀ ਮਨੁੱਖਾਂ ਦੀ ਲਗਨ ਉਸ ਪਰਮਾਤਮਾ ਦੇ ਦਰਸ਼ਨ ਕਰਨ ਦੀ ਹੈ, ਤੇ ਉਹਨਾਂ ਦਾ ਦਿਨ ਰਾਤ ਉਸ ਨੂੰ ਲੱਭਦਿਆਂ ਭਾਲਦਿਆਂ ਜਾਈ ਬੀਤ ਜਾਂਦਾ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ।
ਇਸ ਤਰ੍ਹਾਂ ਉਸ ਦੀ ਨਿਰਖ ਕਰਦਿਆਂ, ਉਡੀਕ ਕਰਦਿਆਂ, ਤੰਗ ਕਰਦਿਆਂ ਉਹਨਾਂ ਦੇ ਨੈਣ ਜਿਹੜੇ ਹਨ ਉਹ ਉਹਦੇ ਦਰਸ਼ਨਾਂ ਦੀ ਖਿੱਚ ਵਿੱਚ ਰੱਤੇ ਜਾਂਦੇ ਹਨ, ਰੰਗੇ ਜਾਂਦੇ ਹਨ। ਨਿਰਖਤ ਨਿਰਖਤ ਜਬ ਜਾਏ ਪਾਵਾ, ਆਖਰ ਨਿਰਖਦਿਆਂ ਨਿਰਖਦਿਆਂ, ਤਾਂਗ ਕਰਦਿਆਂ, ਭਾਲ ਕਰਦਿਆਂ ਜਦੋਂ ਉਹ ਮਿਲਾਪ ਦੀ ਘੜੀ ਆਉਂਦੀ ਹੈ, ਤਬ ਲੈ ਨਿਰਖੈ ਨਿਰਖ ਮਿਲਾਵਾ, ਤਬ ਲੈ ਤਦੋਂ ਉਸ ਦੀਦਾਰ ਦੀ ਉਡੀਕ ਵਿੱਚ ਲੱਗੀ ਹੋਈ ਜੀਵ ਦੀ ਬਿਰਤੀ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਂਦੀ। ਪਰ ਇਹ ਸਾਰਿਆਂ ਤੇ ਗੱਲ ਢੁਕਦੀ ਨਹੀਂ। ਵਿਰਲੇ ਹਨ ਜਿਨ੍ਹਾਂ ਦੇ ਅੰਦਰ ਪਿਆਰਿਆਂ ਦੀ, ਉਸ ਪਿਆਰੇ ਦੇ ਦਰਸ਼ਨਾਂ ਦੀ ਤਾਂਘ ਹੈ। ਤੇ ਜਿਸ ਜੀਵ ਦਾ ਦਿਨ ਰਾਤ ਸਾਰਾ ਸਮਾਂ ਪ੍ਰਭੂ ਦੇ ਦੀਦਾਰ ਦੀ ਉਡੀਕ ਕਰਦਿਆਂ ਗੁਜ਼ਰਦਾ ਹੈ, ਭਾਵ ਦੀਦਾਰ ਕਰਨ ਦੀ ਸਿੱਖ ਹੈ, ਲਗਨ ਹੈ, ਉਹਦੇ ਨੈਣ ਉਹਦੇ ਦਰਸ਼ਨਾਂ ਦੇ ਵਿੱਚ ਮਤਵਾਲੇ ਹੋ ਜਾਂਦੇ। ਤੇ ਦੀਦਾਰ ਦੀ ਤੰਗ ਕਰਦਿਆਂ ਕਰਦਿਆਂ ਜਦੋਂ ਆਖਰ ਦੀਦਾਰ ਹੁੰਦਾ ਹੈ, ਤਾਂ ਉਸ ਪ੍ਰਭੂ ਦਰਸ਼ਨ ਦੀ ਤਾਂਗ ਰੱਖਣ ਵਾਲੇ ਆਪਣੇ ਪ੍ਰੇਮੀ ਨੂੰ ਆਪਣੇ ਨਾਲ ਮਿਲਾ ਲੈਂਦਾ। ਨੰਨਾ ਨਿਸ ਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ, ਨਿਰਖਤ ਨਿਰਖਤ ਜਬ ਜਾਏ ਪਾਵਾ, ਤਬ ਲੈ ਨਿਰਖੈ ਨਿਰਖ ਮਿਲਾਵਾ, ਪੱਪਾ ਅਪਰ ਪਾਰ ਨਹੀਂ ਪਾਵਾ। ਹੁਣ ਪੱਪੇ ਅੱਖਰ ਦੁਆਰਾ ਸਿੱਖਿਆ ਦਿੰਦੇ। ਅਪਰ ਉਹ ਜੋ ਪਰਮਾਤਮਾ ਹੈ, ਜੋ ਪਰੇ ਤੋਂ ਪਰੇ ਹੈ, ਭਾਵ ਜਿਸ ਤੋਂ ਪਰੇ ਹੋਰ ਕੋਈ ਨਹੀਂ, ਔਰ ਪਾਰ ਨਹੀਂ ਪਾਵਾ ਜਿਸ ਦਾ ਪਰਲਾ ਪਾਸਾ, ਜਿਸ ਦੀ ਹੱਦ ਵੀ ਕਿਸੇ ਨੇ ਨਹੀਂ ਪਾਈ। ਕਹਿਣ ਦਾ ਮਤਲਬ ਇਹ ਜਿਹੜੇ ਪੰਜੇ ਗਿਆਨ ਇੰਦਰੇ ਹਨ, ਜਦੋਂ ਇਹਨਾਂ ਨੂੰ ਜੀਵ ਇਸ ਪਾਸੇ ਲਾ ਲੈਂਦਾ, ਹੋਰ ਕਿਸੇ ਪਾਸੇ ਦੀ ਤਾਂਗ ਨਹੀਂ ਰਹਿੰਦੀ। ਪੱਪਾ ਅਪਰ ਪਾਰ ਨਹੀਂ ਪਾਵਾ। ਹੁਣ ਪੱਪੇ ਅੱਖਰ ਦੁਆਰਾ ਕੀ ਸਿੱਖਿਆ ਦਿੰਦੇ ਨੇ ਕਿ ਪਰਮਾਤਮਾ ਅਪਰ ਹੈ, ਉਹਦਾ ਪਾਰ ਨਹੀਂ ਪਾਵਾ, ਕੋਈ ਉਸ ਦੀ ਹੱਦ, ਕੋਈ ਉਸ ਦਾ ਪਰਲਾ ਬੰਨਾ ਨਹੀਂ ਜਾਣ ਸਕਦਾ। ਪਰਮ ਜੋਤ ਸਿਉ ਪਰਚੋ ਲਾਵਾ, ਉਹ ਪਰਮ ਜੋਤ ਜਿਸ ਦੀ ਜੋਤ ਸਾਰਿਆਂ ਵਿੱਚ ਹੈ, ਕਿਉਂਕਿ ਅਸੀਂ ਜਿਤਨੇ ਵੀ ਜੀਵ ਹਾਂ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਪਾਂਚੋਂ ਇੰਦਰੀ ਨਿਗ੍ਰਹਿ ਕਰਈ, ਇਹ ਪੰਜ ਇੰਦਰੀਆਂ ਜਿਨ੍ਹਾਂ ਨੂੰ ਅਸੀਂ ਗਿਆਨ ਇੰਦਰੇ ਕਹਿੰਦੇ, ਜਿਨ੍ਹਾਂ ਦੀ ਡਿਊਟੀ ਸ਼ਬਦ, ਸਪਰਸ਼, ਰੂਪ, ਰਸ, ਗੰਧ। ਹਾਲ ਦੀ ਘੜੀ ਇਹਨਾਂ ਦੀ ਜਿਹੜੀ ਦੌੜ ਹੈ ਉਹ ਬਾਹਰਲੇ ਪਦਾਰਥਾਂ ਤੱਕ। ਨਿਗ੍ਰਹਿ ਦਾ ਮਤਲਬ ਹੈ ਜਦੋਂ ਇਹਨਾਂ ਨੂੰ ਵਸ ਵਿੱਚ ਕਰਨਾ, ਜਦੋਂ ਇਹਨਾਂ ਇੰਦਰੀਆਂ ਨੂੰ ਹੋਰ ਪਾਸੇ ਜਾਣ ਤੋਂ ਰੋਕ ਲਵੇ, ਜਦੋਂ ਸਿਰਫ ਤੇ ਸਿਰਫ ਪਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗ ਜਾਏ ਔਰ ਇਤਨਾ ਜੀਵਨ ਪਵਿੱਤਰ ਹੋ ਜਾਏ ਕਿ ਪਾਪ ਪੁੰਨ ਦੋ ਨਿਰਵਰਈ, ਇਹਨਾਂ ਦੋਵਾਂ ਤੋਂ ਬਹੁਤ ਉੱਚਾ ਉੱਠ ਜਾਏ। ਭਾਵ ਇਸ ਦੀ ਜੀਵਨ ਜਾਚ ਐਸੀ ਪਵਿੱਤਰ ਹੋ ਜਾਏ ਕਿ ਉਹਦੇ 'ਚ ਪਾਪ ਅਤੇ ਪੁੰਨ ਦਾ ਕੋਈ ਵਿਚਾਰ ਨਾ ਰਹੇ। ਐਸਾ ਕਦੋਂ ਹੁੰਦਾ? ਜਦੋਂ ਪਰਮਾਤਮਾ ਨਾਲ ਇੱਕ ਮਿਕਤਾ ਦੀ ਅਵਸਥਾ ਹੋ ਜਾਏ। ਹਾਲ ਦੀ ਘੜੀ ਤੇ ਅਸੀਂ ਪਾਪ ਪੁੰਨ ਵਿੱਚ ਹੀ ਫਸੇ ਰਹਿੰਦੇ ਹਾਂ। ਕਿਹੜਾ ਕੰਮ ਕਰਨ ਦੇ ਨਾਲ ਪਾਪ ਹੋਵੇਗਾ, ਕਿਹੜਾ ਕੰਮ ਕਰਨ ਦੇ ਨਾਲ ਪੁੰਨ ਹੋਵੇਗਾ। ਪਰ ਜਦੋਂ
ਇੱਕ ਪਾਸੇ ਦੀ ਲਗਨ ਲੱਗ ਜਾਏ, ਸਵਾਏ ਪਰਮਾਤਮਾ ਤੋਂ ਹੋਰ ਕੋਈ ਨਜ਼ਰ ਹੀ ਨਾ ਆਵੇ। ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਪਰਮ ਜੋਤ ਸਮਝੀਏ, ਜਿਸ ਦਾ ਪ੍ਰਕਾਸ਼ ਸਾਡੇ ਸਾਰਿਆਂ ਵਿੱਚ। ਕਬੀਰ ਜੀ ਨੇ ਇਸੇ ਲਈ ਕਿਹਾ, ਕਹੋ ਕਬੀਰ ਤੂੰ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨ ਮੰਸ। ਆਖਿਆ ਪਰਮ ਜੋਤ ਤੇ ਹੈ ਪਰਮਾਤਮਾ, ਅਸੀਂ ਸਾਰੇ ਉਸ ਦੀ ਜੋਤ ਦੀ ਕਿਰਨ ਹਾਂ। ਜਿਵੇਂ ਸੂਰਜ ਇੱਕ ਹੈ, ਸਮਝਾਉਣ ਵਾਸਤੇ ਮਹਾਰਾਜ ਨੇ ਬੜੀਆਂ ਮਿਸਾਲਾਂ ਦਿੱਤੀਆਂ ਨੇ। ਆਖਿਆ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਆਖਿਆ ਰੁੱਤਾਂ ਬਦਲਦੀਆਂ ਰਹਿੰਦੀਆਂ ਨੇ, ਪਰ ਸੂਰਜ ਇੱਕੋ ਰਹਿੰਦਾ। ਇਸੇ ਤਰ੍ਹਾਂ ਅਸੀਂ ਜਿਤਨੇ ਜੀਵ ਹਾਂ, ਸਾਡੇ ਵਿੱਚ ਵੀ ਪਰਮਾਤਮਾ ਦੀ ਕਿਰਨ ਹੈ, ਜੋਤ ਹੈ। ਪਰ ਪਰਮ ਜੋਤ ਦਾ ਮਤਲਬ ਜਿਸ ਵਿੱਚੋਂ ਸਾਰਿਆਂ ਨੂੰ ਇਹ ਰੋਸ਼ਨੀ ਮਿਲੀ। ਪੱਪਾ ਅਪਰ ਪਾਰ ਨਹੀਂ ਪਾਵਾ, ਪਰਮ ਜੋਤ ਸਿਉ ਪਰਚੋ ਲਾਵਾ। ਉਹਦੇ ਨਾਲ ਕਦੋਂ ਪਰਚਾ ਪੈਂਦਾ, ਕਦੋਂ ਸਾਂਝ ਬਣਦੀ ਹੈ? ਜਦੋਂ ਪਾਂਚੋਂ ਇੰਦਰੀ ਨਿਗ੍ਰਹਿ ਕਰਈ। ਇਹਨਾਂ ਪੰਜਾਂ ਗਿਆਨ ਇੰਦਰੀਆਂ ਨੂੰ ਵਸੀਕਰਨ ਕਰ ਲਵੇ, ਇਹਨਾਂ ਦੀ ਇੱਕੋ ਪਾਸੇ ਲਗਨ ਲੱਗ ਜਾਏ। ਜਦੋਂ ਪੂਰਨ ਤੌਰ ਤੇ ਕਾਬੂ ਪੈ ਜਾਏ, ਭਾਵ ਇਹਨਾਂ ਚਸਕਿਆਂ ਤੋਂ ਮਨੁੱਖ ਬਚ ਜਾਏ, ਇਹਨਾਂ ਦੀ ਖਿੱਚ ਵਿੱਚ ਨਾ ਆਵੇ। ਪਾਂਚੋਂ ਇੰਦਰੀ ਨਿਗ੍ਰਹਿ ਕਰਈ, ਪਾਪ ਪੁੰਨ ਦੋ ਨਿਰਵਰਈ। ਫਿਰ ਇਹ ਪਾਪ ਤੇ ਪੁੰਨ ਦੋਵੇਂ ਨਿਰਵਰਈ, ਇਹਨਾਂ ਨੂੰ ਦੂਰ ਕਰ ਲਵੇ, ਇਹਨਾਂ ਤੋਂ ਰਹਿਤ ਹੋ ਜਾਏ। ਫਿਰ 28 ਨੰਬਰ ਵਿੱਚ ਸਮਝਾਉਂਦੇ ਨੇ, ਫੱਫਾ ਬਿਨ ਫੂਲੇ ਫਲ ਹੋਈ। ਫੱਫੇ ਅੱਖਰ ਦੁਆਰਾ ਸਿੱਖਿਆ ਦਿੰਦੇ, ਬਿਨ ਫੂਲੇ, ਕਿਉਂਕਿ ਜੀਵ ਦਾ ਸੁਭਾਵ ਹੈ ਇਹ ਹਰ ਗੱਲ ਵਿੱਚ ਹੰਕਾਰ ਕਰਦਾ। ਮਾੜੀ ਜੀ ਇਹਦੇ ਤੋਂ ਕੋਈ ਚੰਗਿਆਈ ਹੋ ਜਾਏ, ਕੋਈ ਇਹ ਚੰਗਾ ਕੰਮ ਕਰ ਲਵੇ, ਬਸ ਇਹ ਫੁੱਲਿਆ ਨਹੀਂ ਸਮਝਦਾ, ਫਿਰ ਇਹ ਅਹੰਕਾਰ ਵਿੱਚ ਆ ਜਾਂਦਾ। ਇਸ ਲਈ ਇਸਨੂੰ ਮਨੁੱਖਾ ਜਨਮ ਦਾ ਫਲ ਨਹੀਂ ਮਿਲਦਾ। ਪਰ ਬਿਨ ਫੂਲੇ ਫਲ ਹੋਈ, ਜੇ ਫੁੱਲਣਾ ਛੱਡ ਦੇਵੇ, ਹੰਕਾਰ ਕਰਨਾ ਛੱਡ ਦੇਵੇ, ਜੇ ਇਹ ਸਮਰਪਿਤ ਹੋ ਜਾਏ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਹੈ ਕਿ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना हूँ, जब आपा पर का मिट गया, जत देखा तत तू। क्योंकि हों मैं विचों खोवे, दूजी दुर्मत शब्दे तोवे। बादशाह ने ते बड़े सरल शब्दां किया, जब ए मन में करत गुमाना, तब ए बावर फिरत बिगाना। ਆਪਣੇ ਅੰਦਰ ਅਹੰਕਾਰ ਕਰਦਾ ਹੈ ਤਾਂ ਇਹ ਪਰਮਾਤਮਾ ਤੋਂ ਟੁੱਟ ਜਾਂਦਾ, ਇਹਦੀ ਪਰਮਾਤਮਾ ਤੋਂ ਸਾਂਝ ਖਤਮ ਹੋ ਜਾਂਦੀ। ਪਰ ਉਹ ਸਾਂਝ ਬਣਦੀ ਕਦੋਂ ਹੈ? ਫੱਫਾ ਬਿਨ ਫੂਲੇ ਫਲ ਹੋਈ, ਜਦੋਂ ਇਹ ਫੁੱਲਣਾ ਛੱਡ ਦਿੰਦਾ, ਜਦੋਂ ਇਹ ਕਹਿੰਦਾ ਹੈ ਕਿ ਮੈਂ ਤਾਂ ਕੁਝ ਕਰਨ ਦੇ ਲਾਇਕ ਨਹੀਂ। ਇਹ ਸਭ ਪਰਮਾਤਮਾ ਦੀ ਸ਼ਕਤੀ, ਇਹ ਪਰਮਾਤਮਾ ਨੇ ਮੇਰੇ ਤੋਂ ਕਰਵਾਇਆ ਹੈ। ਜਿਸ ਤਰ੍ਹਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਫਰਮਾਇਆ, ਕਾਠ ਕੀ ਪੁੱਤਰੀ ਕਾਹ ਕਰੇ ਬਪਰੀ, ਖਿਲਾਮਨ ਹਾਰੋ ਜਾਣੇ। ਅਸੀਂ ਤੇ ਕਾਠ ਦੀਆਂ ਪੁਤਲੀਆਂ, ਜਿਸ ਤਰ੍ਹਾਂ ਲੱਕੜ ਦੀਆਂ ਪੁਤਲੀਆਂ ਆਪਣੇ ਆਪ ਵਿੱਚ ਕੁਝ ਨਹੀਂ ਕਰਦੀ। ਜਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਫਰਮਾਉਂਦੇ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਕੈ, ਜਿਉ ਭਾਵੈ ਤਿਵੈ ਬਖਸ਼।
कीता करना सर्ब रजाई, किछ कीचै जे कर सकीए, अपना कीता किछु न होवे। हे मेरे हरि जी, साडा कीता कुछ नहीं हो सकता। मेरे हर जियो सबको तेरे वस, असां जोर नाही जे किछ कर हम साकै, ज्यों भावै तिवै बख्श, सब जियो पिंड दिया तुदे आपे, तुदे आपे कारै लाया। जेहा तू हुक्म करे तेहे को कर्म कमावे, जेहा तुद धुर लिख पाया। पंच तत् कर तुद सृष्ट सब साजी, कोई छेवा करियो जे किछ कीता होवे। इक ना सतगुर मेल तू बुझावे, एक मन मुख करै ते रोवे। हर की वडियाई हौ आख न साका, हौ मूर्ख मुग्ध नीचान। जन नानक को हर बख्श ले मेरे स्वामी, शरणागत पया अजान। फफा बिन फूले फल होई। ਹੁਣ ਇੱਕ ਅੱਖਰ ਨੂੰ ਰਿੜਕੇ ਤੋਂ ਬਿਨਾ, ਵਿਚਾਰ ਕੀਤੇ ਤੋਂ ਬਿਨਾ ਇੰਨੀ ਸੂਖਸ਼ਮ ਵਿਚਾਰ ਸਾਡੇ ਵਰਗੇ ਅਲਪਗ ਜੀਵਾਂ ਨੂੰ ਸਮਝ ਵਿੱਚ ਨਹੀਂ ਆਉਂਦੀ। ਤੋ ਭਗਤ ਕਬੀਰ ਜੀ ਕਹਿੰਦੇ ਨੇ, ਫੱਫੇ ਅੱਖਰ ਦੁਆਰਾ ਇਹ ਸਿੱਖਿਆ ਧਾਰਨ ਕਰੋ, ਬਿਨ ਫੂਲੇ ਫਲ ਹੋਈ। ਬਿਨਾ ਅਹੰਕਾਰ ਵਿੱਚ ਆਏ ਤੋਂ, ਬਿਨਾ ਫੁੱਲੇ ਤੋਂ, ਬਿਨਾ ਆਪਣੇ ਕੀਤੇ ਹੋਏ ਕੰਮਾਂ ਦੀ ਹਉਮੈ ਕਰਨ ਤੋਂ ਮਨੁੱਖਾ ਜਨਮ ਦਾ ਫਲ ਨਹੀਂ ਮਿਲ ਸਕਦਾ। ਫੱਫਾ ਬਿਨ ਫੂਲੇ ਫਲ ਹੋਈ, ਤਾਂ ਫਲ ਫੰਕ ਲਖੈ ਜੋ ਕੋਈ। ਆਖਿਆ ਫਿਰ ਇਸ ਨੂੰ ਫਲ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਕੋਈ ਇਸ ਤਰ੍ਹਾਂ ਨਿਰਹੰਕਾਰ ਹੋ ਕੇ ਇਸ ਅਵਸਥਾ ਨੂੰ ਜਾਣ ਲਵੇ। ਲਖੈ ਜੋ ਕੋਈ, ਪਰ ਸਾਡੇ ਵਿੱਚ ਤੇ ਇਤਨਾ ਅਹੰਕਾਰ ਹੈ, ਅਸੀਂ ਤੇ ਕਦਮ ਕਦਮ ਤੇ ਅਹੰਕਾਰ ਕਰਦੇ ਹਾਂ। ਮੈਂ ਇਹ ਕੀਤਾ ਹੈ, ਮੈਂ ਬੜਾ ਪੰਡਿਤ ਹਾਂ, ਮੈਂ ਬੜਾ ਚਤੁਰ ਹਾਂ, ਮੈਂ ਬੜਾ ਸਿਆਣਾ ਹਾਂ। ਇਸ ਹਉਮੈ ਦੇ ਕਾਰਨ ਸਾਡੀ ਲਿਵ ਪਰਮਾਤਮਾ ਨਾਲ ਜੁੜਦੀ ਨਹੀਂ। ਫੱਫਾ ਬਿਨ ਫੂਲੇ ਫਲ ਹੋਈ, ਤਾਂ ਫਲ ਫੰਕ। ਫੰਕ ਦਾ ਮਤਲਬ ਥੋੜ੍ਹੀ ਜਿਹੀ ਝਲਕ ਆਉਂਦੀ ਹੈ, ਥੋੜ੍ਹੀ ਜਿਹੀ ਚਮਕ ਆਉਂਦੀ ਹੈ, ਥੋੜ੍ਹੀ ਜਿਹੀ ਸੋਝੀ ਆਉਂਦੀ ਹੈ। ਲਖੈ ਜੋ ਕੋਈ, ਜੇ ਕੋਈ ਇਸ ਅਵਸਥਾ ਨੂੰ ਜਾਣ ਲੈਣਾ ਕਰੇ, ਫਿਰ ਦੂਣ ਨਾ ਪਰਈ ਫੰਕ ਵਿਚਾਰੈ। ਦੂਣ ਦਾ ਮਤਲਬ ਹੈ ਦੂਰੀ। ਕਈ ਵਿਦਵਾਨਾਂ ਨੇ ਅਰਥ ਕੀਤੇ ਨੇ, ਜਿਵੇਂ ਦੋ ਪਹਾੜ ਹਨ ਸੱਜੇ ਖੱਬੇ, ਵਿਚਕਾਰਲੀ ਜਿਹੜੀ ਅਵਸਥਾ ਉਸ ਨੂੰ ਦੂਣ ਕਹਿੰਦੇ ਨੇ। ਇਸੇ ਤਰ੍ਹਾਂ ਪਰਮਾਤਮਾ ਤੇ ਜੀਵ ਵਿੱਚ ਫਰਕ ਨਾ ਪਵੇ, ਦਵੈਤ ਨਾ ਹੋਵੇ, ਦੂਰੀ ਨਾ ਹੋਵੇ। ਦੂਣ ਨਾ ਪਰਈ ਫੰਕ ਵਿਚਾਰੈ। ਜੇ ਕੋਈ ਇਸ ਤਰ੍ਹਾਂ ਇਸ ਮਹਾਨ ਉੱਚੀ ਵਿਚਾਰ ਨੂੰ ਵਿਚਾਰ ਲਵੇ, ਸਮਝ ਲਵੇ, ਤਾਂ ਫਲ ਫੰਕ ਸਭੈ ਤਨ ਫਾਰੈ। ਜੇ ਇਸ ਸਰੀਰ ਦੇ ਉਸ ਦੇਹ ਦੇ ਹੱਸ ਨੂੰ, ਹਉਮੈ ਨੂੰ, ਜਿਸ ਹਉਮੈ ਨੂੰ ਛੱਡਣਾ ਸਾਡੇ ਜੀਵਾਂ ਦੇ ਵੱਸ ਦੀ ਗੱਲ ਨਹੀਂ, ਇਹ ਕਿਵੇਂ ਛੁੱਟ ਸਕਦੀ ਹੈ। ਗੁਰੂ ਅਮਰਦਾਸ ਜੀ ਨੇ ਇਹਦੇ ਉੱਤੇ ਬਹੁਤ ਸੁੰਦਰ ਵਿਚਾਰ ਦਿੱਤੇ ਨੇ। ਉਹਨਾਂ ਕਿਹਾ ਇਹ ਹਉਮੈ ਕਦੋਂ ਮੁੱਕਦੀ ਹੈ? ਜਦੋਂ ਮਨੁੱਖ ਮਨ ਬਚਨ ਕਰਮ ਕਰਕੇ ਗੁਰੂ ਦੀ ਆਗਿਆ ਦਾ ਪਾਲਣ ਕਰੇ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨ ਬਸਾਏ। ਹਰ ਸੇਤੀ ਮਨ ਰਵ ਰਿਹਾ, ਸੱਚੇ ਰਿਹਾ ਸਮਾਏ। ਨਾਨਕ ਹਉ ਬਲਿਹਾਰੀ ਤਿੰਨ ਕੋ, ਜੋ ਚੱਲਣ ਸਤਿਗੁਰ ਭਾਏ।
बड़े सूक्ष्म विचार सुखमनी साहब के अंदर सानू महाराज ने समझाए ने कि गुर के गृह सेवक जो रह, गुर की आज्ञा मन में सह, आपस को कर कछ न जनावे, हर हर नाम हृदय सद ध्यावे, मन बेचे सतगुर के पास, तिस सेवक के कारज रास, सेवा करत होए नेकामी, तिसको होत प्रापत स्वामी, फफा बिन फूले फल होई, तां फल फंक लखै जो कोई, दून ना परई फंक विचारै, तां फल फंक सबै तन फारै। एक एक अखर नूं भगत जी ने बहुत सूक्ष्मता नाल समझाया। आख्या जे अंदरों सच्ची लगन लग जाए फिर की हुंदा, दिन रात उसकी उड़ीक है। नन्ना निस दिन निरखत जाई, निरखत नैन रहे रतवाई, निरखत निरखत जब जाए पावा, तबले निरखै निरख मिलावा, पप्पा अपर पार नहीं पावा, परम जोत स्यों परचो लावा, पांचों इंद्री निग्रह करई, पाप पुन दो निर्भरई, फफा बिन फूले फल होई, तां फल फंक लखै जो कोई, दून न परई फंक विचारै, तां फल फंक सबै तन फारै। फिर वो अवस्था आउंदी है जदों तू ही तू है, जां जां पेखो तां हजूर, दूर कतो न जाई, रब रहा सरबत्र में मन सदा त्याई, ईत ऊत नहीं भी छोड़े सो संगी गनीय, बिन सजाए जो निमख में सो अलप सुख भनीय, रहाओ प्रतिपालै अप्याओ दे कछ ऊन न होई, सास सास संभालता मेरा प्रभु सोई। फिर उस परमात्मा दे नाल एक मिकता वाली अवस्था बन जाती है। वाहिगुरु जी का खालसा, वाहिगुरु जी की फतेह।